ਬਠਿੰਡੇ ਦੇ ਵਿੱਚ ਕੋਈ ਆਟੋ ਨਹੀਂ ਚਲਾਉਂਦੀ ਜਨਾਨੀ। ਤੇ ਮੈਂ ਸ਼ੂਟ ਪਾ ਕੇ ਵੀ 2-3 ਮਹੀਨੇ ਚਲਾਇਆ ਜੀ। ਤੇ ਬੁੜੀਆਂ ਅਜੀਬ ਜਿਹੀਆਂ ਨਜ਼ਰਾਂ ਨਾਲ ਮੈਨੂੰ ਦੇਖਦੀਆਂ ਸੀ। ਤੇ ਨਾਲੇ ਅਗਲੇ ਨੂੰ ਐ ਹੁੰਦਾ ਸੀ ਵੀ ਕੀ ਪਤਾ ਇਹ ਜਾਣਦੀ ਵੀ ਹੈ ਕਿ ਨਹੀਂ, ਕਿਸੇ ਦੇ ਵਿੱਚ ਨਾ ਮਾਰੇ। ਚੜ੍ਹਦੀਆਂ ਨਹੀਂ ਸੀ ਮੇਰੇ ਆਟੋ ਤੇ। ਜਦੋਂ ਦੀ ਮੈਂ ਪੱਗ ਬੰਨਣ ਲੱਗੀ ਆ, ਵੱਡੇ ਵੱਡੇ ਵੀਰ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ ਸਾਨੂੰ। ਮੇਰੇ ਆਪਦੇ ਘਰ ਦੇ ਹੀ ਜੀ ਕਹਿ ਦਿੰਦੇ ਆ, ਕਹਿੰਦੇ ਕਿ ਜਲੂਸ ਕੱਢੀ ਰੱਖਦੀ ਆ, ਪੱਗ ਪੁੱਗ ਜੀ ਬੰਨੀ ਰੱਖਦੀ ਆ। ਮੈਂ ਤੁਹਾਨੂੰ ਜਲੂਸ ਲੱਗਦਾ, ਫਿਰ ਮੈਨੂੰ ਤਾਂ ਨਹੀਂ ਜਲੂਸ ਲੱਗਦਾ। ਆਪਦੇ ਤਾਂ ਭੈਣ ਭਰਾਵਾ ਬਸ ਮਿਹਣੇ ਮਾਰਨ ਵਾਲਾ ਹੀ ਆ, ਕੋਈ ਹੈਲਪ ਕਰਨ ਵਾਲਾ ਤਾਂ ਹੈ ਨਹੀਂ ਆ ਜੀ। 10-11 ਸਾਲ ਲਗਾਤਾਰ ਮੈਂ ਦਿਹਾੜੀ ਕੀਤੀ ਮਿਸਤਰੀਆਂ ਨਾਲ ਜੀ। ਮੈਂ ਢਾਬਾ ਕੀਤਾ ਡੱਬਾ ਵਾਲੀ ਰੋਡ ਤੇ। 10-11 ਸਾਲ ਹੀ ਢਾਬਾ ਕੀਤਾ ਜੀ। ਜਦੋਂ ਉੱਥੇ ਉਹ ਪੁਲ ਬਣ ਕਰਕੇ ਤੇ ਮੇਰਾ ਕੰਮ ਠੱਪ ਹੋ ਗਿਆ, ਫਿਰ ਮੈਂ 2 ਸਾਲ ਘਰੇ ਬੈਠੀ ਰਹੀ। ਫਿਰ ਜੀ ਮੈਂ ਆਟੋ ਲਿਆ ਸੀ ਕਿਸ਼ਤਾਂ ਤੇ। ਮੇਰੀ ਮੰਮੀ ਢਿੱਲੀ ਹੋ ਗਈ, ਮੈਥੋਂ ਕਿਸ਼ਤਾਂ ਨਹੀਂ ਭਰੀਆਂ ਗਈਆਂ, ਉਹ ਮੈਥੋਂ ਫੜ ਕੇ ਲੈ ਗਈ। ਸਟੈਂਡ ਤੇ ਤਾਂ ਖੜ੍ਹਨ ਨਹੀਂ ਦਿੰਦੇ ਜੀ। ਕਹਿ ਦਿੰਦੇ ਅਸੀਂ ਜੁਲੀਆਰ ਭਰਦੇ ਆ ਜੀ, ਬੱਸ ਅੱਡੇ ਵੀ ਨਹੀਂ ਖੜ੍ਹਨ ਦਿੰਦੇ, ਤੇ ਇੱਥੇ ਹਸਪਤਾਲ ਮੂਹਰੇ ਵੀ ਨਹੀਂ ਖੜ੍ਹਨ ਦਿੰਦੇ। ਉਹ ਮੈਨੂੰ ਇੱਕ ਸਵਾਰੀ ਵੀ ਨਹੀਂ ਲੈਣ ਦਿੰਦੇ। ਹਾਂ, ਉਹ ਆਖ ਦਿੰਦੇ ਆ ਜੀ ਗਾਹ ਜਾ ਕੇ ਖੜੋ, ਗਾਹ ਤੱਕ ਸਵਾਰੀ ਨਹੀਂ ਆਉਣ ਦਿੰਦੇ। 8 ਸਾਲ ਮੈਂ ਆਪਦੇ ਸਹੁਰਿਆਂ ਦੇ ਘਰ ਰਹੀ ਸੀਗੀ। 8 ਸਾਲਾਂ ਵਿੱਚ 4 ਬੱਚੇ ਹੋਏ ਸੀ ਜੀ ਮੇਰੇ। ਤੇ 4 ਬੱਚਿਆਂ ਚੋਂ ਇੱਕ ਗੁੜੀਆ ਮੇਰੇ ਕੋਲੇ ਹੈ ਜੀ। 3 ਬੱਚੇ ਮੇਰੇ ਗੁਜ਼ਰ ਗਏ। ਗੁੜੀਆ ਜਦੋਂ ਮੇਰੀ ਸੀਗੀ ਜੀ 8 ਕੁ ਮਹੀਨਿਆਂ ਦੀ, ਤੇ ਮੈਂ ਆਪਦੇ ਘਰ ਵਾਲੇ ਤੋਂ ਤਲਾਕ ਲੈ ਲਿਆ ਸੀਗਾ ਜੀ। ਸਰਕਾਰ ਨੇ ਕਿਹਾ ਸੀਗਾ ਜੀ ਕੋਈ ਸਾਨੂੰ ਆਟੋ ਲੈ ਕੇ ਦਿੱਤਾ ਜਾਵੇ ਜਿਹਦੇ ਤੇ ਅਸੀਂ ਆਪਦਾ ਟਾਈਮ ਪਾਸ ਕਰ ਲਈਏ, ਪਰ ਸਰਕਾਰ ਨੇ ਤਾਂ ਸਾਡੀ ਕੋਈ ਸੁਣੀ ਨਹੀਂ ਜੀ। ਉਹ ਮੈਡਮ ਵਿਚਾਰੀ, ਉਹਨਾਂ ਦੇ ਬੱਚੇ ਜਿਉਂਦੇ ਰਹਿਣ, ਉਹਨਾਂ ਨੇ ਸਾਡੀ ਸੁਣੀ ਜੀ। ਇਹ ਸਾਨੂੰ ਆਟੋ ਲੈ ਕੇ ਦਿੱਤਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕਵਾਈ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਪੰਜਾਬੀ ਦੇ ਮਸ਼ਹੂਰ ਕਿੱਸਾਕਾਰ ਹਾਸ਼ਮ ਦਾ ਲਿਖਿਆ ਇੱਕ ਸ਼ੇਅਰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ। ਹਾਸ਼ਮ ਕਹਿੰਦੇ ਆ ਕਿ ਫਤਿਹ ਉਹਨਾਂ ਨੂੰ ਹੀ ਮਿਲਦੀ ਹੈ ਜਿਹੜੇ ਹਿੰਮਤ ਨਾਲ ਮੁਕਾਬਲਾ ਕਰਦੇ ਆ, ਜ਼ਿੰਦਗੀ ਨੂੰ ਜਿਉਂਦੇ ਆ, ਅਤੇ ਉਹ ਇੱਕ ਦਿਨ ਜਿੱਤ ਜਾਂਦੇ ਆ। ਅੱਜ ਤੁਹਾਨੂੰ ਇੱਕ ਅਜਿਹੀ ਕਹਾਣੀ ਸੁਣਾਵਾਂਗੇ, ਅਜਿਹੇ ਇੱਕ ਸ਼ਖਸ ਨਾਲ ਮਿਲਾਵਾਂਗੇ ਜਿਹਨੇ ਆਪਣੀ ਜ਼ਿੰਦਗੀ ਦੇ ਵਿੱਚ ਹਿੰਮਤ ਰੱਖੀ, ਆਪਣੀ ਹਿੰਮਤ ਦੇ ਆਸਰੇ ਅੱਜ ਅਜਿਹੀ ਜ਼ਿੰਦਗੀ ਜਿਉ ਰਿਹਾ ਕਿ ਜਿਹੜੀ ਅਸੀਂ ਕਹਿ ਲਈਏ ਕਿ ਬੇਸ਼ੱਕ ਜਾਮਾ ਔਰਤ ਦਾ ਮਿਲਿਆ, ਪਰ ਇਸ ਵਕਤ ਜਿਹੜਾ ਰੂਪ ਆ ਉਹ ਮਰਦ ਦਾ ਧਾਰ ਕੇ ਸਮਾਜ ਵਿੱਚ ਵਿਚਰ ਰਿਹਾ, ਅਤੇ ਸਮਾਜ ਦੀ ਉਹ ਤੰਗੀਆਂ, ਸਮਾਜ ਦੀਆਂ ਉਹ ਕੰਧਾਂ ਨੂੰ ਤੋੜ ਰਹੀ ਹੈ ਭੈਣ। ਇਹ ਜਿਹੜੀਆਂ ਕੰਧਾਂ ਸਾਡੇ ਸਮਾਜ ਨੇ ਬਣਾਈਆਂ ਕਿ ਔਰਤ ਇਹ ਕੰਮ ਨਹੀਂ ਕਰ ਸਕਦੀ, ਔਰਤ ਬਾਹਰ ਨਹੀਂ ਨਿਕਲ ਸਕਦੀ, ਔਰਤ ਦਾ ਇਹੀ ਭੇਖ ਹੈ, ਔਰਤ ਨੇ ਕੰਨਾਂ ਦੇ ਵਿੱਚ ਵਾਲੀਆਂ ਹੀ ਪਾਉਣੀਆਂ, ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਗੁਲਾਮੀ ਦੀ ਨਿਸ਼ਾਨੀ ਸੀ। ਤਾਂ ਉਹਨਾਂ ਸਾਰੀਆਂ ਗੁਲਾਮੀਆਂ ਨੂੰ ਤੋੜਿਆ, ਕਿਵੇਂ ਗਰੀਬੀ ਦੇ ਵਿੱਚ ਜ਼ਿੰਦਗੀ ਨੂੰ ਜਿਉਇਆ, ਕਿਵੇਂ ਆਪਣੀ ਜ਼ਿੰਦਗੀ ਨੂੰ ਇੱਕ ਵਧੀਆ ਤਰੀਕੇ ਨਾਲ ਜਿਉਣ ਦੇ ਲਈ ਖੁਦ ਉਹ ਕੰਮ ਕੀਤੇ ਜਿਹੜੇ ਅਸੀਂ ਆਮ ਹੀ ਕਹਿ ਦਿੰਦੇ ਕਿ ਸਾਡੇ ਸਮਾਜ ਵਿੱਚ ਮਰਦ ਕਰਦੇ ਆ। ਸਾਡੇ ਨਾਲ ਭੈਣ ਸ਼ਿੰਦਰਪਾਲ ਹੈ, ਆਟੋ ਚਲਾਉਂਦੇ ਆ, ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਲਿਆ। ਉਹਨਾਂ ਨਾਲ ਗੱਲਬਾਤ ਕਰਦੇ ਆ। ਭੈਣ ਜੀ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਪਹਿਲਾਂ ਤਾਂ ਆਪਦਾ ਨਾਂ ਦੱਸੋ, ਪਿੰਡ ਦੱਸੋ, ਕਦੋਂ ਤੋਂ ਤੁਸੀਂ ਬਠਿੰਡਾ ਦੇ ਵਿੱਚ ਰਹੇ ਆ, ਇਸ ਬਾਰੇ ਦੱਸੋ। ਮੇਰਾ ਨਾਮ ਜੀ ਸ਼ਿੰਦਰਪਾਲ ਹੈ। ਅਸੀਂ ਪਿੰਡ ਗੋਬਿੰਦਪੁਰੇ ਦੇ ਰਹਿਣ ਵਾਲੇ ਹਾਂ ਜੀ। ਉਹ ਅਸੀਂ ਇੱਥੇ ਬੰਗੀ ਨਗਰ ਚ ਅਮਰਪੁਰਾ ਚ ਰਹਿੰਦੇ ਹਾਂ ਜੀ, ਬਠਿੰਡੇ ਦੇ ਵਿੱਚ। ਹਾਂਜੀ। ਤੇ ਭੈਣ ਜੀ, ਕਿਹੜੀ ਘਟਨਾ ਸੀ ਜਿਹਦੇ ਤੋਂ ਤੁਹਾਨੂੰ ਆਟੋ ਚਲਾਉਣਾ ਪਿਆ, ਘਰ ਦੀਆਂ ਜ਼ਿੰਮੇਵਾਰੀਆਂ ਚੱਕਣਾ ਪਈਆਂ, ਸਾਰਾ ਬੋਝ ਤੁਹਾਡੇ ਮੋਢਿਆਂ ਤੇ ਆ ਗਿਆ? ਇਹ ਜੀ ਮੇਰਾ ਨਾ ਵਿਆਹ ਛੋਟੀ ਉਮਰ ਚ ਹੋ ਗਿਆ ਸੀਗਾ। ਠੀਕ ਹੈ। ਤੇ ਮੇਰਾ ਉਦੋਂ ਬਾਅਦ 8 ਸਾਲ ਮੈਂ ਆਪਦੇ ਸਹੁਰਿਆਂ ਦੇ ਘਰ ਰਹੀ ਸੀਗੀ। 8 ਸਾਲਾਂ ਵਿੱਚ 4 ਬੱਚੇ ਹੋਏ ਸੀ ਜੀ ਮੇਰੇ। ਤੇ 4 ਬੱਚਿਆਂ ਚੋਂ ਇੱਕ ਗੁੜੀਆ ਮੇਰੇ ਕੋਲੇ ਹੈ ਜੀ। 3 ਬੱਚੇ ਮੇਰੇ ਗੁਜ਼ਰ ਗਏ। 2 ਮੁੰਡੇ ਗੁਜ਼ਰ ਗਏ, ਇੱਕ ਗੁੜੀਆ ਗੁਜ਼ਰ ਗਈ, ਤੇ ਇੱਕ ਗੁੜੀਆ ਕੋਲੇ ਹੈ ਜੀ। ਉਹਦੀ ਮੈਂ ਸ਼ਾਦੀ ਕਰਤੀ ਹੁਣ। ਤੇ ਮੈਂ ਗੁੜੀਆ ਜਦੋਂ ਮੇਰੀ ਸੀਗੀ ਜੀ 8 ਕੁ ਮਹੀਨਿਆਂ ਦੀ, ਤੇ ਮੈਂ ਆਪਦੇ ਘਰ ਵਾਲੇ ਤੋਂ ਤਲਾਕ ਲੈ ਲਿਆ ਸੀਗਾ ਜੀ। ਉਹ ਦਾਰੂ ਦੂਰੂ ਵਾਲੀ ਪੀਂਦੇ ਸੀਗੇ। ਠੀਕ ਹੈ ਜੀ। ਬਸ ਮੇਰੀ ਨਹੀਂ ਬਣੀ ਉਹਨਾਂ ਨਾਲ, ਤੇ ਮੈਂ ਇੱਥੇ ਆਪਦੇ ਪੇਕਿਆਂ ਦੇ ਘਰੇ ਆ ਗਈ। ਠੀਕ ਹੈ। ਉਸ ਤੋਂ ਬਾਅਦ ਜੀ ਮੈਂ ਘੱਟੋ ਘੱਟ 10-11 ਸਾਲ ਲਗਾਤਾਰ ਮੈਂ ਦਿਹਾੜੀ ਕੀਤੀ ਮਿਸਤਰੀਆਂ ਨਾਲ। ਤੇ ਉਸ ਤੋਂ ਬਾਅਦ ਮੈਂ ਮਿਸਤਰੀਆਂ ਨਾਲੋਂ ਹਟ ਕੇ ਤੇ ਜੀ ਮੈਂ ਢਾਬਾ ਕੀਤਾ ਡੱਬਾ ਵਾਲੀ ਰੋਡ ਤੇ।
ਠੀਕ ਹੈ 10 11 ਸਾਲ ਹੀ ਢਾਬਾ ਕੀਤਾ ਜੀ। ਪੁਲ ਬਣਨੇ ਕਰਕੇ ਉੱਥੇ ਉਹ ਵੀ ਕੰਮ ਮੇਰਾ ਰੁਕ ਗਿਆ ਜੀ। ਠੀਕ ਹੈ ਜੀ 10 11 ਸਾਲ ਮੇਰਾ ਵਧੀਆ ਸੋਹਣਾ ਟਾਈਮ ਪਾਸ ਹੋਇਆ ਸੀਗਾ ਜੀ। ਠੀਕ ਹੈ ਜਦੋਂ ਉੱਥੇ ਉਹ ਪੁਲ ਬਣ ਕਰਕੇ ਤੇ ਮੇਰਾ ਕੰਮ ਠੱਪ ਹੋ ਗਿਆ, ਫਿਰ ਮੈਂ 2 ਸਾਲ ਘਰੇ ਬੈਠੀ ਰਹੀ। ਠੀਕ ਹੈ ਜੀ ਫਿਰ ਮੇਰੀ ਮਾਤਾ ਜੀ ਹੈ ਮੇਰੇ ਨਾਲ ਰਹਿੰਦੀ, ਉਹ ਕਦੇ ਬਰਫ਼ ਦਾ ਅੱਡਾ ਲਾਉਂਦੀ ਸੀ ਜੀ, ਕਦੇ ਨਰਮਾ ਨੂਰਮਾ ਜਦੋਂ ਆ ਜਾਂਦਾ ਸੀ ਨਰਮਾ ਚੁਗਣ ਚਲੇ ਜਾਂਦੇ ਸੀਗੇ। ਠੀਕ ਹੈ ਜੀ ਫਿਰ ਇੱਥੇ ਕੁੜੀ ਇੱਕ ਰਹਿੰਦੀ ਸੀਗੀ ਜਾਣ ਪਛਾਣ ਵਾਲੀ, ਉਹਨਾਂ ਨੇ ਵਿਚਾਰੀ ਨੇ ਆਖਿਆ, ਕਹਿੰਦੀ ਸਾਡੇ ਪਿੰਡ ਰੋਹਤਕ 'ਚ ਵੀ ਜਨਾਨੀਆਂ ਹੀ ਆਟੋ ਚਲਾਉਂਦੀਆਂ ਨੇ, ਬੰਦਾ ਕੋਈ ਨਹੀਂ ਚਲਾਉਂਦਾ, ਤੇ ਤੁਸੀਂ ਵੀ ਆਟੋ ਲੈ ਲਓ, ਆਟੋ ਚਲਾਇਆ ਕਰੋ, ਤੁਸੀਂ ਵੀ ਆਟੋ ਲੈ ਲਓ। ਠੀਕ ਹੈ ਜੀ ਫਿਰ ਜੀ ਮੈਂ ਆਟੋ ਲਿਆ ਸੀ ਇੱਕ ਕਿਸ਼ਤਾਂ ਤੇ, ਠੀਕ ਹੈ ਤੇ ਉਹਦਾ ਮੈਂ ਜੀ 1.25 ਲੱਖ 1.5 ਲੱਖ ਜਿਹਨੂੰ ਕਹਿ ਦੋ ਭਰਤਾ ਸੀਗਾ। ਹਾਂਜੀ ਮੇਰੀ ਮੰਮੀ ਢਿੱਲੀ ਹੋ ਗਈ, ਮੈਥੋਂ ਕਿਸ਼ਤਾਂ ਨਹੀਂ ਭਰੀਆਂ ਗਈਆਂ, ਉਹ ਮੈਥੋਂ ਫੜ ਕੇ ਲੈ ਗਈ। ਉਦੋਂ ਬਾਅਦ ਫਿਰ ਮੈਂ ਇੱਕ ਆਟੋ ਲਿਆ ਜੀ 38000 ਦਾ, ਠੀਕ ਹੈ ਕਿਸੇ ਤੋਂ ਵਿਆਜੂ ਪੈਸੇ ਚੱਕੇ ਜੀ, ਠੀਕ ਹੈ ਤੇ 38000 ਦਾ ਮੈਂ ਆਟੋ ਲੈ ਲਿਆ। ਉਹ ਜੀ ਮੈਂ ਉਹਦੇ ਚ ਟੋਟਲੀ ਸਾਰਾ ਕੁਝ ਨਵਾਂ ਪਵਾਤਾ ਸੀਗਾ, ਕਿੱਟ ਵੀ ਨਵੀਂ ਪਵਾਤੀ, ਬੈਟਰੀ ਵੀ ਨਵੀਂ ਧਰਾ ਲਈ, ਵੀ ਜਣੇ ਸਾਰਾ ਕੁਝ ਹੀ ਨਵਾਂ ਕਰਾਤਾ ਸੀਗਾ, ਤੇ ਉਹ ਫਿਰ ਵੀ ਨਹੀਂ ਚੱਲਿਆ ਜੀ, ਬ੍ਰੇਕ ਹੀ ਨਹੀਂ ਲੱਗਦੇ ਸੀ। ਅੱਕ ਕੇ ਜਿਵੇਂ ਫਿਰ ਮੈਂ ਕਬਾੜ ਗਏ ਨੂੰ ਉਹ 10000 ਚ ਵੇਚਤਾ। ਕਿਸੇ ਤੋਂ ਵਿਆਜੂ ਪੈਸੇ ਫੜੇ ਸੀਗੇ ਜੀ 10000, ਉਹ ਬਾਹਲਾ ਪਰੇਸ਼ਾਨ ਕਰਨ ਲੱਗ ਗਏ, ਫਿਰ ਮੈਂ ਆਟੋ ਹੀ ਵੇਚਤਾ। ਠੀਕ ਹੈ ਉਦੋਂ ਬਾਅਦ ਵੀਰ ਜੀ ਪੱਤਰਕਾਰ ਆਏ ਵੀਰ, ਮੇਰੀ ਖਬਰ ਲਾਈ ਉਹਨਾਂ ਨੇ, ਠੀਕ ਹੈ ਜੀ ਤੇ ਫਿਰ ਵੀਰੇ ਆ ਕੈਨੇਡਾ ਤੱਕ ਗੱਲ ਪਹੁੰਚੀ ਆ, ਮੈਡਮ ਨੇ ਮੈਨੂੰ ਗਿਫਟ ਕੀਤਾ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰ ਜੀ, ਠੀਕ ਹੈ ਜਿਨ੍ਹਾਂ ਨੇ ਸਾਨੂੰ ਰੋਜੀ ਰੋਟੀ ਪਾਇਆ। ਉਹਨਾਂ ਦੇ ਵੀਰ ਜੀ ਰਹਿੰਦੇ ਰਾਮਪੁਰੇ, ਉਹਨਾਂ ਨੇ ਵਿਚਾਰਿਆਂ ਨੇ ਘਰ ਪੁੱਛ ਪੁੱਛ ਕੇ, ਜਿਵੇਂ ਤੁਸੀਂ ਆਏ ਉਵੇਂ ਉਹ ਆਏ ਵਿਚਾਰੇ, ਫਿਰ ਮੇਰਾ ਨੰਬਰ ਲੈ ਕੇ ਗਏ, ਤੇ ਫਿਰ ਉਹਨਾਂ ਨੇ ਆ ਗੱਡੀ ਦੇਖੀ, ਵੀਰਵਾਰ ਨੂੰ ਉਹਨਾਂ ਨੇ ਗੱਡੀ ਦੇਖੀ, ਸੋਮਵਾਰ ਨੂੰ ਉਹਨਾਂ ਨੇ ਮੈਨੂੰ ਜੀ ਲੈ ਕੇ ਦੇਤੀ। ਠੀਕ ਹੈ ਹਾਂ ਹੁਣ ਉਹ ਮੈਡਮ ਨੇ ਵਿਚਾਰੀ ਨੇ ਪੈਸੇ ਪੂਸੇ ਪਾਤੇ ਹੋਣਗੇ, ਠੀਕ ਹੈ ਠੀਕ ਸਰਕਾਰ ਨੂੰ ਕਿਹਾ ਸੀਗਾ ਜੀ ਕੋਈ ਸਾਨੂੰ ਆਟੋ ਲੈ ਕੇ ਦਿੱਤਾ ਜਾਵੇ ਜਿਹਦੇ ਤੇ ਅਸੀਂ ਆਪਦਾ ਟਾਈਮ ਪਾਸ ਕਰ ਲਈਏ, ਪਰ ਸਰਕਾਰ ਨੇ ਤਾਂ ਸਾਡੀ ਕੋਈ ਸੁਣੀ ਨਹੀਂ ਜੀ। ਉਹ ਮੈਡਮ ਵਿਚਾਰੀ, ਉਹਨਾਂ ਦੇ ਬੱਚੇ ਜਿਉਂਦੇ ਰਹਿਣ, ਉਹਨਾਂ ਨੇ ਸਾਡੀ ਸੁਣੀ ਜੀ, ਆ ਸਾਨੂੰ ਆਟੋ ਲੈ ਕੇ ਦਿੱਤਾ ਜੀ। ਹਾਂਜੀ ਭੈਣ ਜੀ, ਇਹ ਤਾਂ ਗੱਲ ਹੋ ਗਈ ਉਹ ਘਟਨਾ ਦੀ ਜਿੱਥੋਂ ਤੁਹਾਨੂੰ ਇਹ ਸਾਰਾ ਕੰਮ ਕਰਨਾ ਪਿਆ। ਆ ਲਿਬਾਸ ਬਾਰੇ ਜ਼ਰੂਰ ਦੱਸੋ। ਅਸੀਂ ਲਿਬਾਸ ਦੇਖਿਆ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਸਲਾਮ ਕਰਦੇ ਹਾਂ ਤੁਹਾਡੇ ਲਿਬਾਸ ਨੂੰ, ਕਿ ਕੰਨਾਂ ਦੇ ਵਿੱਚ ਸਮੇਂ ਦੇ ਜਿਹੜੀਆਂ ਉਹ ਸਮੇਂ ਦੀਆਂ ਸੀਗੀਆਂ ਕਿ ਕੰਨਾਂ ਦੇ ਵਿੱਚ ਜੇਕਰ ਅਸੀਂ ਕਹਿ ਲਈਏ ਕਾਂਟੇ ਪਾਉਣੇ, ਝਾਂਜਰਾਂ ਪਾਉਣੀਆਂ, ਇਹ ਕਿਤੇ ਨਾ ਕਿਤੇ ਔਰਤ ਦੀ ਗੁਲਾਮੀ ਦਾ ਪ੍ਰਤੀਕ ਸੀ। ਔਰਤ ਨੂੰ ਗੁਲਾਮ ਰੱਖਣ ਵਾਸਤੇ ਸਭ ਕੁਝ ਕੀਤਾ ਜਾਂਦਾ ਸੀਗਾ। ਪੁਰਾਣੇ ਸਮਿਆਂ ਦੇ ਵਿੱਚ ਬਾਅਦ 'ਚ ਆ ਕੇ ਗਹਿਣੇ ਦੇ ਰੂਪ ਬਦਲ ਗਏ ਆ। ਤੁਸੀਂ ਇਹ ਸਭ ਕੁਝ ਵੀ ਤਿਆਗਿਆ, ਉੱਪਰੋਂ ਜਿਹੜਾ ਹੁਣ ਲਿਬਾਸ ਹੈ ਤੁਹਾਡਾ, ਇਹ ਬਿਲਕੁਲ ਜੀ ਅਸੀਂ ਕਹਿ ਲਈਏ ਮਰਦਾਂ ਵਾਲਾ। ਇਹ ਲਿਬਾਸ ਦੇ ਵਿੱਚ ਆਉਣ ਦਾ ਕੀ ਕਾਰਨ ਬਣਿਆ? ਇਹ ਲਿਵਾਜ ਦੇ ਵਿੱਚ ਆਉਣ ਦਾ ਕਾਰਨ ਇਹ ਸੀਗਾ ਜੀ ਕਿ ਬਠਿੰਡੇ ਦੇ ਵਿੱਚ ਕੋਈ ਆਟੋ ਨਹੀਂ ਚਲਾਉਂਦੀ ਜਨਾਨੀ ਜੀ, ਤੇ ਮੈਂ ਛੂਟ ਪਾ ਕੇ ਵੀ 2-3 ਮਹੀਨੇ ਚਲਾਇਆ ਜੀ, ਤੇ ਬੁੜੀਆਂ ਅਜੀਬ ਜੀਆਂ ਨਜ਼ਰਾਂ ਨਾਲ ਮੈਨੂੰ ਦੇਖਦੀਆਂ ਸੀ, ਤੇ ਨਾਲੇ ਅਗਲੀਆਂ ਨੂੰ ਐ ਹੁੰਦਾ ਸੀ ਵੀ ਕੀ ਪਤਾ ਇਹ ਜਾਣਦੀ ਵੀ ਹੈ ਕਿ ਨਹੀਂ, ਕਿਸੇ ਦੇ ਵਿੱਚ ਨਾ ਮਾਰੇ, ਹੈਂ ਚੜ੍ਹਦੀਆਂ ਨਹੀਂ ਸੀ ਮੇਰੇ ਆਟੋ ਤੇ। ਫਿਰ ਜੀ ਮੈਂ ਇਹ ਛੂਟ ਪਾਉਣਾ ਸ਼ੁਰੂ ਕਰਤਾ, ਮੈਂ ਕੀ ਹੈ ਮੇਰੇ ਨਾਲ ਜ਼ਿਆਦਾ ਸਵਾਰੀ ਬੈਠਣ ਲੱਗ ਜੇ, ਤਾਂ ਕਰਕੇ ਜੀ ਮੈਂ ਭੇਸ ਬਦਲਿਆ। ਫਰਕ ਪਿਆ ਫਿਰ ਜਦੋਂ ਪੱਗ ਬੰਨਣ ਲੱਗ ਗਏ? ਹਾਂਜੀ ਹਾਂਜੀ ਬਹੁਤ ਫਰਕ ਪਿਆ, ਫਿਰ ਭੈਣਾਂ ਨੂੰ ਸਾਥ ਵੀ ਦੇਣ ਲੱਗ ਗਈਆਂ, ਤੇ ਹੁਣ ਸਭ ਨੂੰ ਪਤਾ ਲੱਗ ਗਿਆ ਜੀ। ਹੁਣ ਤਾਂ 5-6 ਸਾਲ ਹੋ ਗਏ ਚਲਾਉਂਦਿਆਂ ਨੂੰ ਜੀ, ਹੁਣ ਤਾਂ ਮੌਜਾਂ ਜੀ। ਹਾਂਜੀ ਇੱਕ ਜਦੋਂ ਪੱਗ ਸਿਰ ਤੇ ਹੋਵੇ, ਚਾਹੇ ਮਰਦ ਦੇ ਹੋਵੇ, ਤੁਸੀਂ ਤਾਂ ਔਰਤ ਹੋ ਕੇ ਬੰਨੀ, ਇੱਕ ਮਾਣ ਮਹਿਸੂਸ ਹੁੰਦਾ ਕਿ ਮੈਂ ਇਸ ਵਕਤ, ਵੈਸੇ ਵੀ ਅਸੀਂ ਕਹੀਏ ਦਸਤਾਰ ਸਾਨੂੰ ਉਹਨਾਂ ਨੇ ਦਿੱਤੀ ਹੈ ਜਿਨ੍ਹਾਂ ਨੇ ਸਾਡੇ ਲਈ ਸਭ ਕੁਝ ਕੁਰਬਾਨ ਕੀਤਾ, ਉਹ ਮਾਣ ਵੀ ਮਹਿਸੂਸ ਰਹਿੰਦਾ ਮਨ 'ਚ ਸਾਰਾ ਦਿਨ? ਹਾਂਜੀ ਹਾਂਜੀ ਬਹੁਤ ਜ਼ਿਆਦਾ, ਕਿਉਂਕਿ ਜਦੋਂ ਦੀ ਮੈਂ ਪੱਗ ਬੰਨਣ ਲੱਗੀ ਆ, ਵੱਡੇ ਵੱਡੇ ਵੀਰ ਮੈਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਜੀ। ਪਹਿਲਾਂ ਕੋਈ ਜਾਣਦਾ ਹੀ ਨਹੀਂ ਸੀ ਸਾਨੂੰ ਜੀ, ਤੇ ਹੁਣ ਅਗਲਾ ਕੋਈ ਬਾਈ ਜੀ ਕਹਿ ਕੇ ਗੱਲ ਕਰਦਾ, ਕੋਈ ਸਰਦਾਰ ਜੀ ਕਹਿ ਕੇ ਗੱਲ ਕਰਦਾ, ਬਸ ਇਹੀ। ਹਾਂਜੀ ਤੇ ਸਵਾਰੀ ਸਪੂਰੀ ਮਿਲਣ ਦਾ ਫਿਰ ਕਿਵੇਂ, ਸੌਖੀ ਮਿਲ ਜਾਂਦੀ ਹੈ ਉਹਦੇ 'ਚ ਕੋਈ? ਹਾਂਜੀ ਹਾਂਜੀ ਸਵਾਰੀਆਂ ਹੁਣ ਨੰਬਰ ਮੈਂ ਮੂਹਰੇ ਲਿਖ ਰੱਖਿਆ ਜੀ, ਤੇ ਅਗਲੇ ਭੈਣ ਨੂੰ ਕਹਿ ਦਿੰਦੀ ਆ ਜੀ ਫੋਨ ਨੰਬਰ ਲੈ ਲਓ, ਜੇ ਲੋੜ ਹੈ ਤਾਂ ਭੈਣੇ ਫੋਨ ਕਰ ਦਿਓ, ਤੇ ਜਿੱਥੇ ਕਹੋਗੇ ਆ ਜਾਵਾਂਗੇ ਤੇ ਲੈ ਜਾਵਾਂਗੇ ਜੀ। ਹੈਂ ਫਿਰ ਅਗਲੇ ਨੂੰ ਕਹਿ ਦਿੰਦੇ ਭਾਈ 10 ਰੁਪਏ ਵੱਧ ਲੱਗਣਗੇ, ਘਰੋਂ ਤੁਹਾਨੂੰ ਲੈ ਕੇ ਜਾਊਂ, ਘਰੇ ਤੁਹਾਡੇ ਛੱਡ ਕੇ ਜਾਊਂਗੀ। ਹਾਂਜੀ ਫਿਰ ਉਹ ਪੈਸਾ ਵੱਧ ਮਿਲ ਜਾਂਦਾ ਜੀ ਇਸ ਤਰ੍ਹਾਂ। ਪੱਕਾ ਸਟੈਂਡ 'ਚ ਵੀ ਕਿਤੇ ਖੜਦੇ ਹੋ ਜਾਂ ਵੈਸੇ ਹੀ ਚੱਲਦਾ ਫਿਰ? ਨਹੀਂ ਜੀ ਮੇਰਾ ਤਾਂ ਬਸਤੀਆਂ 'ਚ ਹੀ ਰਹਿੰਦਾ ਹੈ ਆਟੋ। ਅੱਛਾ ਸਟੈਂਡ ਤੇ ਤਾਂ ਖੜਨ ਨਹੀਂ ਦਿੰਦੇ ਜੀ, ਕਹਿ ਦਿੰਦੇ ਅਸੀਂ ਜੂਨੀਅਰ ਭਰਦੇ ਆ ਜੀ, ਬੱਸ ਅੱਡੇ ਵੀ ਨਹੀਂ ਖੜਨ ਦਿੰਦੇ, ਤੇ ਇੱਥੇ ਹਸਪਤਾਲ ਮੂਹਰੇ ਵੀ ਨਹੀਂ ਖੜਨ ਦਿੰਦੇ, ਤਾਂ ਕਰਕੇ ਸਭ ਪਾਸੇ ਜੂਨੀਅਰ ਬਣਾ ਰੱਖੀ ਹੈ ਜੀ। ਹੁਣ ਕਿੱਥੇ ਕਿੱਥੇ ਪੈਸਾ ਭਰ ਗਏ ਜੂਨੀਅਰ 'ਚ। ਅੱਛਾ ਸਭ ਜਗ੍ਹਾ ਤੇ ਅੱਡ ਅੱਡ ਯੂਨੀਅਨ ਹੈ?
ਸਾਰੇ ਪਾਸੇ ਜੀ। ਬੱਸ ਅੱਡੇ ਮਗਰਲੇ ਪਾਸੇ ਕੋਈ ਜੁਨੀਅਰ ਨਹੀਂ, ਉੱਥੇ 2-4 ਜਣੇ ਹੈਗੇ ਆ, ਉਹ ਮੈਨੂੰ ਇੱਕ ਸਵਾਰੀ ਵੀ ਨਹੀਂ ਲੈਣ ਦਿੰਦੇ ਉੱਥੇ ਕਿਵੇਂ ਆ? ਹਾਂ, ਉਹ ਆਖ ਦਿੰਦੇ ਆ ਜੀ ਗਾਂਹ ਜਾ ਕੇ ਖੜੋ, ਗਾਂਹ ਤੱਕ ਸਵਾਰੀ ਨਹੀਂ ਆਉਣ ਦਿੰਦੇ ਕਿਉਂਕਿ ਪਹਿਲਾਂ ਹੀ ਬਾਹ ਲੈਂਦੇ ਆ। ਮੈਂ ਉਹਨਾਂ ਨੂੰ ਆਖਿਆ ਸੀ ਵੀਰੇ ਵੀ ਮੈਂ ਵੀ ਤੇਲ ਮਚਾਉਂਦੀ ਫਿਰਦੀ ਆ, ਵੀ ਚੱਲ ਇੱਕ ਅੱਧੀ ਸਵਾਰੀ ਤਾਂ ਮੈਨੂੰ ਲਿਜਾਇਆ ਕਰਨ ਦਿਓ। ਤੇ ਉਹ ਆਂਦੇ ਭਾਈ ਵੀ ਅਸੀਂ ਜੂਨੀਅਰ ਭਰਦੇ ਆ। ਮੈਂ ਸਾਰੇ ਪਾਸੇ ਤੁਸੀਂ ਤਾਂ ਜੂਨੀਅਰ ਬਣਾ ਲਈਆਂ, ਹਸਪਤਾਲ ਮੂਹਰੇ ਵਗ ਜਾਓ ਉੱਥੇ ਵੀ ਤੁਹਾਡੀ ਜੂਨੀਅਰ, ਇੱਧਰ ਸਟੇਸ਼ਨ ਤੇ ਵਗ ਜਾਓ ਉੱਥੇ ਵੀ ਤੁਹਾਡੀ ਜੂਨੀਅਰ, ਕਾਲਜ ਮੂਹਰੇ ਵਗ ਜਾਓ ਉੱਥੇ ਵੀ ਤੁਹਾਡੀ ਜੂਨੀਅਰ, ਸਾਰੇ ਪਾਸੇ ਤੁਸੀਂ ਜੂਨੀਅਰ ਬਣਾ ਰੱਖੀ ਹੈ ਤੇ ਸਾਡੇ ਵਰਗੇ ਕਿੱਧਰ ਜਾਣਗੇ। ਬਸ ਵੀਰੇ ਫਿਰ ਇਸ ਕਰਕੇ ਬਸਤੀਆਂ 'ਚ ਤੁਰੇ ਫਿਰਦੀ ਰਹਿੰਦੀ ਹੈ। ਕੋਈ ਕਿਸੇ ਨੇ ਬੱਸ ਅੱਡੇ ਜਾਣਾ ਛੱਡ ਆਉਂਦੇ ਆ, ਕਿਸੇ ਨੇ ਸਟੇਸ਼ਨ ਜਾਣਾ ਛੱਡ ਆਉਂਦੇ ਆ, ਕਿਸੇ ਨੇ ਬਾਜ਼ਾਰੋਂ ਆਉਣਾ ਹੈ, ਬਸ ਇਹੀ ਹੈ। ਭੈਣਾਂ ਨੂੰ ਇੱਕ ਆਦਤ ਹੁੰਦੀ ਆਟੋ 'ਚ ਬਹਿਣ ਤੋਂ ਪਹਿਲਾਂ ਉਹ ਭਾਅ ਬੜਾ ਕਰਦੀਆਂ ਜਾਂ ਉੱਤਰ ਤੇ ਪਹਿਲਾਂ ਵੀ ਉਹ ਫਲਾਨਾ ਇੰਨੇ ਲੈਂਦਾ ਤੁਸੀਂ ਤਾਂ ਇੰਨੇ ਦੇਵਾਂਗੇ, ਇਸ ਤਾਂ ਇਕੱਠੀਆਂ ਅਜਿਹਾ ਕੋਈ ਤੁਹਾਡੇ ਨਾਲ ਫਿਰ ਵਾਪਰਦਾ? ਵਾਧੂ ਜੀ। ਹੁਣ 20 ਰੁਪਏ ਸਵਾਰੀ ਕਰ ਰੱਖੀ ਹੈ ਜੀ। ਜੇ ਮੈਂ 20 ਰੁਪਏ ਸਵਾਰੀ ਨਹੀਂ, ਮਤਲਬ ਮੈਂ ਕਹਿ ਦਿੰਦੀ ਹਾਂ 20 ਰੁਪਏ ਸਵਾਰੀ ਚੱਲਦੀ ਹੈ ਜੀ, ਕਿਉਂਕਿ ਤੇਲ ਮਹਿੰਗਾ ਹੋ ਗਿਆ, 100 ਰੁਪਏ ਲੀਟਰ ਹੋ ਗਿਆ ਜੀ ਤੇਲ ਵੀ, ਤੇ ਮੈਂ ਕਹਿ ਦਿੰਦੀ ਹਾਂ 20 ਰੁਪਏ ਸਵਾਰੀ ਲੱਗੂਗੀ ਜੀ। ਤੇ ਪਿੱਛੇ ਕੋਈ ਵੀਰ ਆਈ ਜਾਂਦਾ ਉਹ 15 ਰੁਪਈਆਂ 'ਚ ਬਹਾ ਕੇ ਲੈ ਜਾਂਦਾ ਜੀ। ਏਕਾ ਹੈ ਨਹੀਂ ਜੀ ਕਿਸੇ ਹਾਂ ਜੀ। ਤੇ ਬਸ ਮੈਂ ਤਾਂ ਜੀ 20 ਰੁਪਏ ਸਵਾਰੀ ਚੱਕਦੀ ਹਾਂ, ਜੇ ਕੋਈ ਬਹਿ ਜਾਂਦੀ ਹੈ ਭੈਣ ਠੀਕ ਹੈ, ਨਹੀਂ ਤਾਂ ਮੈਂ ਤਾਂ 20 ਰੁਪਏ ਕਹਿ ਰੱਖਿਆ ਵੀ ਭਾਈ 20 ਰੁਪਏ ਆਪਾਂ ਤਾਂ ਲਵਾਂਗੇ, ਇਦੋਂ ਘੱਟ ਆਪਣੇ ਪੜਤਾ ਹੀ ਨਹੀਂ। ਤੇਲ ਦੇ ਰੇਟ ਵੀ ਜਿਹੜੇ ਬਹੁਤ ਵੱਧ ਗਏ ਨਾ, ਹੁਣ ਗੁਜ਼ਾਰਾ ਕਰਨਾ ਹੀ ਬੜਾ ਮੁਸ਼ਕਲ ਹੋ ਗਿਆ। ਹਾਂਜੀ ਬਹੁਤ ਵੱਧ ਗਏ ਜੀ। ਤੇ ਸਵਾਰੀਆਂ ਜੇ ਮੰਨ ਲਓ 4-5 ਮਿਲ ਜਾਂਦੀਆਂ ਤਾਂ ਵਧੀਆ 4 ਰੁਪਏ ਬਣ ਜਾਂਦੇ ਆ। ਵੀ ਜਿਵੇਂ ਹੁਣ ਇੱਕ ਸਵਾਰੀ ਨੂੰ ਲੈ ਕੇ ਹੀ ਆਪਾਂ ਬੱਸ ਅੱਡੇ ਤੱਕ ਜਾਵਾਂਗੇ ਤਾਂ ਤੇਲ ਤਾਂ ਉਨਾ ਹੀ ਮੱਚਣਾ ਜੀ ਹੈ, ਜਿਆਦਾ ਸਵਾਰੀ ਦੇ ਹਿਸਾਬ ਨਾਲ ਤੇਲ ਮੱਚਣ ਲੱਗ ਜੇ ਤੇ ਬਸ ਤੇਲ ਤਾਂ ਉਨਾ ਹੀ ਮੱਚਣਾ। ਬਸ ਇਧਰੋਂ ਇੱਕ ਸਵਾਰੀ ਲੈ ਗਏ, ਉਧਰੋਂ 2 ਮਿਲ ਜਾਣ, ਫਿਰ ਵੀ ਟਾਈਮ ਪਾਸ ਵਧੀਆ ਹੋ ਜਾਂਦਾ ਜੀ। ਜੇ ਹੁਣ ਉਧਰੋਂ ਵੀ ਖਾਲੀ ਆਣਾ ਜਾਂ ਪੈ ਜੇ ਫਿਰ ਔਖਾ ਹੋ ਜਾਂਦਾ ਜੀ। ਬਸ ਆਹੀ। ਜਦੋਂ ਇਹ ਲਿਬਾਸ ਦੇ ਵਿੱਚ ਆਏ ਉਦੋਂ ਸਾਡਾ ਸਮਾਜ ਵੈਸੇ ਬੰਦੇ ਨੂੰ ਕਿਸੇ ਪਾਸੇ ਨਹੀਂ ਜਾਣਦਾ। ਜਦੋਂ ਭੁੱਖਾ ਮਰਦਾ ਤਾਂ ਉਦੋਂ ਵੀ ਕਹਿੰਦੇ ਆ ਕਿ ਵਿਹਲਾ ਭੁੱਖਾ ਮਰੀ ਜਾਂਦਾ। ਜੇ ਉਹ ਆਪਣੀ ਹਿੰਮਤ ਨਾਲ ਕਮਾਉਣ ਵਾਲੇ ਪਾਸੇ ਤੁਰਦਾ ਤਾਂ ਉਦੋਂ ਵੀ ਕਹਿੰਦੇ ਆ ਅੱਜ ਕੀ ਜਲੂਸ ਕੱਢੀ ਫਿਰਦੀ ਆ, ਤੂੰ ਕੁੜੀਆਂ ਵਾਲਾ ਲਿਬਾਸ ਪਾਇਆ ਕਰ। ਅਜਿਹਾ ਕੁਝ ਵਾਪਰਿਆ ਤੁਹਾਡੇ ਨਾਲ? ਤੂੰ ਕਹਿੰਦੇ ਆ ਜੀ, ਮੇਰੇ ਆਪ ਦੇ ਘਰ ਦੇ ਹੀ ਜੀ ਕਹਿ ਦਿੰਦੇ ਆ, ਕਹਿੰਦੇ ਕੀ ਜਲੂਸ ਕੱਢੀ ਰੱਖਦੀਆਂ, ਪੱਗ ਪੁੱਗ ਜੀ ਬੰਨੀ ਰੱਖਦੀਆਂ। ਮੈਂ ਤੁਹਾਨੂੰ ਜਲੂਸ ਲੱਗਦਾ ਭਾਈ, ਮੈਨੂੰ ਤਾਂ ਨਹੀਂ ਜਲੂਸ ਲੱਗਦਾ, ਕਿਉਂਕਿ ਮੇਰੇ ਜਦੋਂ ਦੀ ਮੈਂ ਸਿਰ ਤੇ ਪੱਗ ਬੰਨੀ ਹੈ ਮੈਨੂੰ ਤਾਂ ਸਰਦਾਰੀ ਲੱਗਦੀ ਹੈ ਜੀ। ਆਪਾਂ ਤਾਂ ਸਰਦਾਰ ਕਹਾਣੇ ਆ ਹੁਣ ਬਸ। ਜਿਹੜਾ ਫਿਰ ਇਹ ਗੱਲ ਕਹਿੰਦਾ ਫਿਰ ਉਹਨੂੰ ਇਹ ਹੋਰ ਕੀ ਜਵਾਬ ਦਿੰਦੇ ਆ ਫਿਰ ਤੁਸੀਂ ਜਦੋਂ ਇਹੋ ਜਿਹੀ ਗੱਲ ਕਹਿੰਦਾ? ਬਸ ਹੋਰ ਕੀ ਅੱਗੇ ਪਰਮਾਤਮਾ ਨੂੰ ਕਹੀਦਾ ਵੀ ਜੀ ਪਰਮਾਤਮਾ ਤੁਸੀਂ ਜੇ ਮੈਂ ਲਿਵਾਜ ਕੀਤਾ ਹੈ ਤਾਂ ਪਰਮਾਤਮਾ ਤੁਸੀਂ ਇਹ ਗੱਲ ਕਹਾਈ ਹੈ ਤੇ ਅਸੀਂ ਸੁਣੀ ਹੈ। ਬਸ ਪਰਮਾਤਮਾ ਨੂੰ ਸ਼ਿਕਵਾ ਕਰੀਦਾ, ਹੋਰ ਤਾਂ ਕਿਹਨੂੰ ਕਹਿ ਸਕਦੇ ਆ ਜੀ। ਜਦੋਂ ਜ਼ਿੰਮੇਵਾਰੀਆਂ ਪੈ ਗਈਆਂ ਸਾਰੇ ਘਰ ਦੀਆਂ, ਪਰ ਬੱਚਿਆਂ ਦਾ ਤੁਸੀਂ ਕਿਹਾ ਕਿ 3 ਬੱਚਿਆਂ ਦੀ ਜਿਹੜੀ ਆ ਉਹ ਪਹਿਲਾਂ ਹੀ ਮੌਤ ਹੋ ਗਈ, ਇੱਕ ਗੁੜੀਆ ਤੁਹਾਡੇ ਕੋਲੇ, ਉਦੋਂ ਮਨ ਫਿਰ ਡੋਲਿਆ ਨਹੀਂ ਵੀ ਕਿੱਧਰ ਯਾਰ? ਆਮ ਤੌਰ ਤੇ ਹੋ ਜਾਂਦਾ ਸਾਡੇ, ਅਸੀਂ ਕਹਿੰਦੇ ਆ ਕਿ ਅੰਦਰੋਂ ਅੰਦਰ ਹੀ ਬੰਦਾ ਕਮਜ਼ੋਰ ਪੈ ਜਾਂਦਾ ਕਿ ਮੈਂ ਤਾਂ ਹੁਣ ਸਾਰੇ ਪੈਸੇ ਕਰ ਗਿਆ, ਪਰਮਾਤਮਾ ਮੈਨੂੰ ਕਿੱਥੇ? ਡੋਲਣ ਦੀ ਬਜਾਏ ਤੁਸੀਂ ਇਹ ਰਸਤਾ ਫਿਰ ਅਪਣਾਉਣ ਦਾ, ਉਹ ਮਨ ਉਦੋਂ ਉਦਾਸ ਹੋਇਆ ਕਿ ਨਹੀਂ? ਜੀ ਫਿਰ ਕੀ ਕਰੀਏ ਜੀ, ਕਹਿੰਦੇ ਆ ਪਰਮਾਤਮਾ ਜਿੱਥੇ ਰੱਖੇ ਉੱਥੇ ਹੀ ਰਹਿਣਾ ਪੈਂਦਾ। ਹੁਣ ਜੇ ਸਾਰਾ ਦਿਨ ਆਪਾਂ ਰੋਈ ਕਲੋਈ ਜਾਵਾਂਗੇ ਤਾਂ ਕਿਸੇ ਨੇ ਆ ਕੇ ਨਹੀਂ ਕਹਿ ਦੇਣਾ। ਹਾਂਜੀ, ਮੇਰੇ ਭਰਾ ਨੇ ਮੈਨੂੰ ਗੁੜੀਆ ਦੇਤੀ ਸੀ ਇੱਕ ਆਪਦੀ, ਮੈਂ ਉਹ 1.25 ਮਹੀਨੇ ਦੀ ਲੈ ਕੇ ਗੁੜੀਆ ਪਾਲ ਲਈ। ਉਹ ਜਦੋਂ ਹੁਣ 15-16 ਸਾਲਾਂ ਦੀ ਹੋ ਗਈ ਤੇ ਮੇਰੀ ਭਰਜਾਈ ਵੀ ਥੋੜੀ ਜਿਹੀ ਅੜਬਾ ਉਹ ਖੋ ਕੇ ਲੈ ਗਈ ਮੈਥੋਂ। ਹਾਂਜੀ, ਤੇ ਹੁਣ ਕੀ ਕਰੀਏ ਜੀ? ਮੈਂ ਹੁਣ ਇਹ ਸੋਚ ਲਿਆ ਵੀ ਜਿੱਥੇ 3 ਮਰ ਗਏ ਮੇਰੇ ਤੇ ਚੌਥੀ ਉਹ ਵੀ ਮਰ ਗਈ। ਪਾਲ ਪੋਸ ਕੇ ਜੀ ਬੱਚਾ ਦੇਣਾ ਤੁਹਾਨੂੰ ਪਤਾ ਹੀ ਹੈ ਕਿੱਡਾ ਔਖਾ ਲੱਗਦਾ। ਕਹਿੰਦੇ ਆ ਕਿ ਜੰਮਣ ਵਾਲੇ ਨੂੰ ਪਾਲਣ ਵਾਲਾ ਵੱਡਾ ਹੁੰਦਾ ਹੈ ਜੀ। ਤੇ ਪਰ ਕੀ ਕਰੀਏ? ਘਰ ਦੇ ਵਿੱਚ ਹੁਣ ਕੌਣ ਰਹਿੰਦੇ ਹੋ? ਮੈਂ ਤੇ ਮੇਰੀ ਮੰਮੀ ਰਹਿੰਦੇ ਆ ਜੀ ਘਰ ਦੇ ਵਿੱਚ। ਹਾਂਜੀ। ਤੁਹਾਡੀ ਵੈਸੇ ਹੁਣ ਤਾਂ ਤੁਹਾਡਾ ਰੂਪ ਹੀ ਬਦਲ ਗਿਆ। ਮੈਂ ਕਹਿੰਦਾ ਵੀ ਔਰਤ ਨੂੰ ਉਮਰ ਨਹੀਂ ਪੁੱਛਣੀ ਚਾਹੀਦੀ ਹੁੰਦੀ, ਪਰ ਤੁਸੀਂ ਤਾਂ ਹੁਣ ਕਿੰਨੀ ਉਮਰ ਹੈ ਇਸ ਵਕਤ? ਮੇਰੀ ਉਮਰ ਹੋਊਗੀ 40-45 ਸਾਲ। 40-45। ਹਾਂਜੀ। ਹੌਸਲਾ ਪਰਿਵਾਰ ਚਲਾਉਣਾ ਤੁਹਾਡੇ ਸਿਰ ਤੇ, ਜੋ ਮੇਰੇ ਘਰ ਦੀ ਵੀ ਅਸੀਂ ਹਾਲਾਤ ਦੇਖੇ ਕੋਈ ਬਾਲੇ ਵਧੀਆ ਨਹੀਂ, ਹੌਸਲਾ ਤਾਂ ਨਹੀਂ ਡੋਲਦਾ ਕਦੇ? ਨਹੀਂ ਜੀ, ਨਹੀਂ ਜੀ। ਬਸ ਹੁਣ ਤਾਂ ਭਾਈ ਤੋਂ ਡਰ ਗਏ ਵੀਰ ਹੌਸਲਾ ਦੇ ਜਾਂਦੇ ਆ, ਕੁਛ ਹੁਣ ਫੋਨ ਫਾਨ ਆਈ ਜਾਂਦੇ ਆ, ਉਹ ਭੈਣ ਭਾਈ ਹੌਸਲਾ ਦਿੰਦੇ ਨੇ। ਬਸ ਆਪਦੇ ਤਾਂ ਭੈਣ ਭਰਾਵਾ ਬਸ ਮਿਹਣੇ ਮਾਰਨ ਵਾਲੇ ਹੀ ਆ, ਕੋਈ ਹੈਲਪ ਕਰਨ ਵਾਲਾ ਤਾਂ ਹੈ ਨਹੀਂ ਆ ਜੀ। ਹੈਂ, ਉਹ ਸਭ ਕੁਛ ਹੈਗਾ, ਭੈਣਾਂ ਵੀ ਹੈਗੀਆਂ, ਵੀਰ ਵੀ ਹੈਗੇ ਆ, ਤੇ ਪਰ ਕੋਈ ਸਹਾਰਾ ਨਹੀਂ ਹੈਗਾ ਆਪਣਾ। ਹਾਂਜੀ। ਇੱਕ ਗੱਲ ਅਸੀਂ ਹੋਰ ਦੇਖੀ ਹੈ, ਬਾਹਰੋਂ ਵਿਦੇਸ਼ਾਂ ਦੇ ਵਿੱਚੋਂ
ਠੀਕ ਹੈ, ਤੁਹਾਡੇ ਵਰਗੀਆਂ ਵੀ ਸਮੱਸਿਆਵਾਂ ਵਾਲੇ ਪਰਿਵਾਰ ਅਸੀਂ ਵੀ ਸਾਂਝੇ ਕਰਦੇ ਹਾਂ ਲੋਕਾਂ ਦੇ ਨਾਲ, ਵੈਸੇ ਵੀ ਆ ਜਾਂਦੇ ਆ। ਜਦੋਂ ਉਧਰੋਂ ਕੋਈ ਮਦਦ ਆਉਂਦੀ ਹੈ ਤਾਂ ਲੋਕ ਨਗਦ ਪੈਸੇ ਲੈ ਲੈਂਦੇ ਆ ਜਾਂ ਲੋਕ ਉਹਨਾਂ ਦੀ ਨਗਦ ਮਦਦ ਕਰੇ ਆਉਂਦੇ ਆ। ਤੁਸੀਂ ਆਟੋ ਲੈਣ ਬਾਰੇ ਕਿਉਂ ਸੋਚਿਆ ਵੀ ਇਹ ਤੋਂ ਇੱਕ ਅਸੀਂ ਤਾਂ ਵਧੀਆ ਉਪਰਾਲਾ ਮੰਨਦੇ ਆ ਵੀ ਖੁਦ ਕਮਾਈ ਕਰਨ ਵਾਲੀ ਚੀਜ਼ ਲਈ ਹੈ ਤੁਸੀਂ, ਇਹ ਮਨ 'ਚ ਖਿਆਲ ਕਿਵੇਂ ਆਇਆ ਮੈਨੂੰ ਇਹੀ ਚਾਹੀਦਾ? ਇਹ ਜਿਵੇਂ ਐ ਵੀ ਪਹਿਲੇ ਆਟੋ ਚਲਾਉਂਦੀ ਸੀ ਵੀ ਮੈਂ ਘਰੇ ਬੈਠੀ ਸੀਗੀ, ਕਿਉਂਕਿ ਮੈਂ 50,000 ਦੇ ਥੱਲੇ ਆਈ ਬੈਠੀ ਆ ਪਹਿਲਾਂ ਹੀ ਹੈ। ਹੁਣ ਉਹੀ ਆਟੋ ਜਿਹੜਾ ਮੈਂ 38,000 ਚ ਲਿਆ ਸੀ ਉਹੀ ਮੇਰੇ ਸਿਰ 1.5 ਲੱਖ ਰੁਪਇਆ ਕਰਜ਼ਾ ਕਰਾ ਗਿਆ ਹੈ। ਹੁਣ ਮੈਂ ਉਹ ਲਾਉਂਗੀ ਕਿੱਦਾਂ? ਕੰਮ ਕਰਕੇ ਲਾਹੂੰਗੀ। ਹੋਰ ਮੈਥੋਂ ਹੁਣ ਮੇਰਾ ਸਰੀਰ ਭਾਰੀ ਹੋ ਗਿਆ ਵੀਰ ਜੀ, ਮੈਥੋਂ ਦਿਹਾੜੀ ਹੁੰਦੀ ਨਹੀਂ ਹੈ, ਤੇ ਮੈਂ ਤਾਂ ਆਟੋ ਹੀ ਚਲਾ ਸਕਦੀ ਹਾਂ। ਇਸ ਕਰਕੇ ਮੈਂ ਆਟੋ ਲੈਣਾ ਹੀ ਪਸੰਦ ਕੀਤਾ ਸੀ ਵੀ ਕੋਈ ਮੈਨੂੰ ਸਰਕਾਰ ਲੈ ਦੇ, ਚਾਹੇ ਕੋਈ ਵੀਰ ਭੈਣ ਹੋਰ। ਅਸੀਂ ਗੱਲ ਵੀ ਦੇਖਦੇ ਵੀ ਤੁਸੀਂ ਕਮਾਈ ਵਾਲੀ ਚੀਜ਼, ਤੁਸੀਂ ਇਹ ਨਹੀਂ ਕਿਹਾ ਵੀ ਪੈਸੇ ਵਰਤ ਕੇ ਤੇ ਬਸ ਖਤਮ ਕਰ ਦਿਓ, ਤੁਸੀਂ ਇਹ ਕਿਹਾ ਮੈਨੂੰ ਕਮਾਈ, ਮੈਂ ਡੇਲੀ ਦੀ ਕਮਾਈ ਵਾਲੀ ਚੀਜ਼ ਲਈ ਹੈ ਤੁਸੀਂ। ਇਹ ਵੀ ਇੱਕ ਵੱਡੀ ਗੱਲ ਹੈ। ਅਸੀਂ ਦੇਖਦੇ ਹਾਂ ਕਿ ਪੈਸਾ ਆ ਜਾਂਦਾ, ਪੈਸਾ ਖਰਚਿਆ ਜਾਂਦਾ, ਪਰ ਤੁਸੀਂ ਉਹ ਵਿਹਲੇ ਬਹਿ ਕੇ ਖਾਣ ਨਾਲੋਂ ਇਹ ਸੋਚਿਆ ਕਿ ਮੈਂ ਇਹ ਚੀਜ਼ ਲੈਵਾਂ। ਹਾਂਜੀ, ਮੈਂ ਤਾਂ ਹੁਣ ਇਹ ਵੀ ਕਹਿੰਦੀ ਸੀ ਜੀ ਵੀ ਮਾਤਾ ਜੀ ਵੀ ਮੇਰੀ ਟਿੱਕੇ ਨਹੀਂ ਬਹਿਣ ਵਾਲੀ, ਵੀ ਜੇ ਕੋਈ ਭੈਣ ਭਾਈ ਹੈਲਪ ਕਰਦੇ ਤੇ ਵੀ ਚੱਲ ਮੈਂ ਘਰੇ ਹੀ ਮਾਤਾ ਜੀ ਨੂੰ ਛੋਟਾ ਮੋਟਾ ਕੰਮ ਚਲਾ ਕੇ ਦੇ ਦੇਵਾਂ, ਜਿਵੇਂ ਕੋਈ ਛੋਟੀ ਮੋਟੀ ਦੁਕਾਨ ਕਰਦੇ ਆ ਤਾਂ, ਜਾਂ ਕੋਈ ਮੈਂ ਜਿਵੇਂ ਹੁਣ ਲੱਕੜਾਂ ਦੀਆਂ ਇੱਥੇ ਗਰੀਬ ਜਨਤਾ ਹੀ ਰਹਿੰਦੀ ਹੈ ਜ਼ਿਆਦਾ, ਵੀ ਲੱਕੜਾਂ ਦੀ ਟਾਲ ਖੋਲ ਦੂੰਗੀ ਹੈ, ਤੇ ਵੀ ਮੇਰੀ ਇੰਨੀ ਕੋਈ ਹੈਲਪ ਕਰਦੇ ਤੇ। ਹਾਂਜੀ, ਮਤਲਬ ਤੁਸੀਂ ਕੰਮ ਹੈ ਵੀ ਸਾਨੂੰ ਕੋਈ ਕੰਮ ਖਲਵਾ ਦੇ, ਉਹ ਨਹੀਂ ਪੈਸੇ ਦੀ ਜ਼ਰੂਰਤ ਨਾ ਜੀ ਨਾ। ਉਹ ਬਸ ਵੀ ਆ ਮਿਹਨਤ ਹੈ ਵੀ ਵੀਰੇ, ਜਿਹੜਾ 1.5 ਲੱਖ ਰੁਪਇਆ ਕਰਜ਼ਾ ਹੈ ਮੇਰਾ, ਇਹ ਉੱਤਰ ਜੇ ਰੋਟੀ ਜੋਗਰੇ ਤਾਂ ਮੈਂ ਆਪ ਹੀ ਕਮਾ ਲੂੰਗੀ। ਅੱਛਾ, ਚਲੋ ਕਮਾਉਣ ਤੇ ਆ ਜਾਂਦੇ ਆਪਾਂ ਵੀ ਕਿੰਨੀ ਕੁ ਦਿਹਾੜੀ ਪੈ ਜਾਂਦੀ ਹੈ? ਤੇਲ ਦਾ ਖਰਚਾ ਵੀ ਬਹੁਤ ਹੈ, ਮਿਹਨਤ ਵੀ ਬਹੁਤ ਹੈ ਤੁਹਾਡੀ, ਪੈਸੇ ਬਚ ਜਾਂਦੇ, ਕਮਾਈ ਹੋ ਜਾਂਦੀ ਹੈ। ਮੇਰੀ ਗੱਲ ਸੁਣੋ ਜੀ, ਹੁਣ ਤੁਹਾਡੇ ਸਾਹਮਣੇ ਵੀ 8 ਵੱਜਣ ਵਾਲੇ ਹੋਣਗੇ, ਮੇਰੇ ਹਿਸਾਬ 'ਚ 9 ਹੀ ਵੱਜਣ ਵਾਲੇ ਹੋਣਗੇ, ਹਲੇ ਆਪਾਂ ਘਰੇ ਖੜੇ ਹਾਂ। ਐਦੋਂ ਪਹਿਲਾਂ ਕਮਾਈ ਹੁੰਦੀ ਆ। ਹਾਂਜੀ, ਤੇ ਮੈਂ ਤਾਂ 8-9 ਵਜੇ ਨਿਕਲਦੀ ਆ। ਹੁਣ ਆ ਜਿੱਦਾਂ ਦਾ ਆਟੋ ਲਿਆ ਸੋਮਵਾਰ ਨੂੰ, ਮੈਨੂੰ ਲੱਗਦਾ ਅੱਜ 15 ਦਿਨ ਹੋਏ ਆ, ਕੱਲ 15 ਦਿਨ ਹੋਏ ਆ ਹਲੇ ਆਟੋ ਲਏ ਨੂੰ। ਅੱਛਾ, ਹਾਂਜੀ ਆਟੋ ਲੈ ਨੂੰ ਹੈ। ਹਾਂਜੀ, ਕਿਉਂਕਿ ਉਹਨਾਂ ਨੇ ਵੀਰਵਾਰ ਨੂੰ ਦਿਖਾਇਆ ਸੀਗਾ, ਤੇ ਪਿਛਲੇ ਹਫਤੇ ਜਿਹਨੇ 8 ਦਿਨ ਹੋਏ ਸੀ, ਤੇ ਇਸ ਸੋਮਵਾਰ ਨੂੰ ਮਤਲਬ 15 ਦਿਨ ਹੋ ਗਏ। ਹਾਂਜੀ, ਤੇ ਮੈਂ 500-600 ਰੁਪਇਆ ਕਮਾ ਲੈਂਦੀ ਹਾਂ। ਹਾਂਜੀ, ਉਹ 'ਚ ਫਿਰ ਖਰਚਾ ਵੀ ਹੁੰਦਾ ਉਹ ਤੇਲ ਦਾ ਵੀ? 200-250 ਦਾ 300 ਦਾ ਤਾਂ ਤੇਲ ਹੀ ਮੱਚ ਜਾਂਦਾ ਸੀ, 100-150 ਬਚਦਾ ਜੀ। ਉਹ ਹੁਣ ਲੈਣੇ ਦੇਣੇ ਵਾਲੇ ਹੈਗੇ ਆ ਜੀ, ਕਿਸੇ ਨੂੰ 100 ਦੇ ਕੇ ਬਰਾ ਦਈਦਾ, ਕਿਸੇ ਨੂੰ 50 ਦੇ ਕੇ ਬਰਾ ਦਈਦਾ। ਲੈਣੇ ਦੇਣੇ ਵਾਲੇ ਵੀ ਜੁੰਡੇ ਪੜਦੇ ਆ, ਭਾਈ ਦਿਓ ਸਾਡੇ। ਪਿਛਲੇ ਲੋਕਡਾਊਨ ਵੇਲੇ ਦਾ ਇੱਕ ਵੀਰ ਦੁੱਧ ਪਾਉਂਦਾ ਸੀ ਸਾਡੇ, ਉਹਨੇ ਵਿਚਾਰੇ ਨੇ ਕਦੇ ਸਾਨੂੰ ਪਰੇਸ਼ਾਨ ਨਹੀਂ ਕੀਤਾ ਸੀਗਾ ਹੈ। ਉਹਦਾ ਹੁਣ ਘੱਟੋ ਘੱਟ 8-9 ਹਜ਼ਾਰ ਰੁਪਇਆ ਬਣਿਆ ਪਿਆ ਦੁੱਧੀ ਦਾ, ਦੁੱਧ ਪਾ ਕੇ ਜਾਂਦਾ ਸੀ ਉਹ ਵਿਚਾਰਾ, ਹਲੇ ਵੀ ਨਹੀਂ ਸਾਨੂੰ ਬੋਲਦਾ ਹੈ। ਹੁਣ ਪਿੱਛੇ ਜੇ 4-5 ਦਿਨ ਹੋਏ ਆ, ਤੇ ਉਹਨਾਂ ਨੂੰ ਮੈਂ 500 ਰੁਪਇਆ ਜੋੜ ਕੇ 500 ਰੁਪਇਆ ਹਲੇ ਉਹਨੂੰ ਮੋੜਿਆ ਵਿਚਾਰੇ ਨੂੰ। ਹਾਂਜੀ, ਮੈਂ ਭਰਾਵਾ ਹੁਣ ਹੌਲੀ ਹੌਲੀ ਤੈਨੂੰ ਐਂ ਥੋੜੇ ਕਰਕੇ ਦੇ ਦਾਂਗੇ। ਬਾਕੀ ਬਸ ਆਹੀ ਹੈ ਜੀ ਬੇਨਤੀ ਮੇਰੀ, ਤਾਂ ਸਰਕਾਰ ਨੂੰ ਵੀ ਇਹੀ ਬੇਨਤੀ ਹੈ ਵੀ ਜੇ ਮੇਰੀ ਇੰਨੀ ਕੁ ਹੈਲਪ ਕਰ ਦੇਣ, ਮੇਰਾ ਕਰਜ਼ਾ ਉਤਾਰ ਦੇਣ, ਰੋਟੀ ਜੋਗਰੇ ਤਾਂ ਮੈਂ ਜੀ ਕਮਾਈ ਲਿਆਇਆ ਕਰੂੰਗੀ। ਹਾਂਜੀ। ਮਾਤਾ ਜੀ ਦੀ ਉਮਰ ਕਿੰਨੀ ਹੈ ਜਿਹਨਾਂ ਨੂੰ ਤੁਸੀਂ ਕੰਮ ਕਰਵਾਉਣਾ ਚਾਹੁੰਦੇ? ਮਾਤਾ ਜੀ ਦੀ ਉਮਰ ਜੀ 60 ਸਾਲ। 60 ਸਾਲ। ਪਿਤਾ ਜੀ ਦੀ ਮੌਤ ਕਦੋਂ ਹੋ ਗਈ ਸੀ? ਪਿਤਾ ਜੀ ਦੀ ਮੌਤ ਹੋ ਗਈ ਸੀ ਜੀ ਘੱਟੋ ਘੱਟ 20 ਸਾਲ ਹੋ ਗਏ ਜੀ ਮੌਤ। ਹਾਂਜੀ, ਉਹਨੂੰ ਵੀ ਸਾਹ ਦੀ ਪ੍ਰੋਬਲਮ ਸੀਗੀ ਮੇਰੇ ਪਿਤਾ ਜੀ ਨੂੰ, ਉਹ ਕੰਮ ਕੁੰਮ ਨਹੀਂ ਕਰ ਸਕਦੇ ਸੀ। ਉਹ ਇੱਥੇ ਮੇਰੇ ਕੋਲ ਹੀ ਰਹਿੰਦੇ ਸੀਗੇ, ਤੇ ਮੇਰੇ ਕੋਲ ਹੀ ਉਹਨਾਂ ਦੀ ਵੀ ਡੈਥ ਹੋਈ। ਫਿਰ ਮੈਂ ਹੀ ਸਾਰਾ ਕੁਝ ਉਹਨਾਂ ਦਾ ਕੀਤਾ, ਮੇਰੇ ਭਰਾ ਨੇ ਕੁਝ ਨਹੀਂ ਕੀਤਾ। ਠੀਕ ਹੈ। ਤੇ ਭਾਈ ਵੀ ਹੈ? ਹਾਂਜੀ, ਇੱਕ ਭਰਾ ਹੈ। ਠੀਕ ਹੈ। 2 ਭੈਣਾਂ ਅਸੀਂ। ਠੀਕ ਹੈ। ਮੈਂ ਦੋਨਾਂ ਤੋਂ ਛੋਟੀ ਹਾਂ। ਠੀਕ ਹੈ। ਹਾਂਜੀ, ਜ਼ਿੰਮੇਵਾਰੀਆਂ ਤੁਹਾਡੇ ਤੇ ਵੱਡੀਆਂ। ਹਾਂਜੀ, ਮਾਤਾ ਜੀ ਦੀ ਮੰਮੀ ਵੀ ਇੱਥੇ ਰਹਿੰਦੀ ਸੀ, ਨਾਨੀ ਜੀ ਨੇ ਸਾਡੀ, ਤੇ ਉਹ ਵੀ ਇੱਥੇ ਮੇਰੇ ਕੋਲ ਹੀ ਮੁੱਕੀ ਸੀ। ਤੇ ਉਹਦਾ ਵੀ ਜਿਹੜਾ ਸਾਰਾ ਕੁਝ ਮੈਂ ਹੀ ਕੀਤਾ ਸੀਗਾ, ਮੇਰੇ ਪਿਤਾ ਜੀ ਦਾ ਵੀ ਮੈਂ ਹੀ ਕੀਤਾ, ਮੇਰੇ ਭਰਾ ਨੇ ਕੁਝ ਨਹੀਂ ਕੀਤਾ ਜੀ। ਇੱਕ ਅਸੀਂ ਹੋਰ ਪੁੱਛਣਾ ਚਾਹੁੰਦੇ ਸੀ ਵੀ ਆਟੋ ਚਲਾਉਂਦੀ, ਕੋਈ ਵੀ ਆਪਾਂ ਗੱਡੀ ਚਲਾਉਣੇ ਆ, ਉਹ 'ਚ ਨਿੱਕਾ ਮੋਟਾ ਨੁਕਸ ਚੱਲਦਿਆਂ 'ਚ ਪੈਂਦਾ ਹੀ ਪੈਂਦਾ, ਉਹ ਆਪ ਹੀ ਠੀਕ ਕਰਨਾ ਹੁੰਦਾ ਕਦੇ ਵੀ, ਉਹ ਫਿਰ ਆਪ ਹੀ ਕਰ ਕੁਰ ਲੈਂਦੇ ਆ? ਨਹੀਂ ਜੀ, ਤੂਰ ਹੈ ਜੇ ਕੁਝ ਹੋ ਜੇ? ਨਹੀਂ ਜੀ, ਹਲੇ ਇੰਨਾ ਉਹ ਨਹੀਂ ਹੈਗਾ ਵੀ, ਇਹ ਤਾਂ ਫਿਰ ਮੈਂ ਮਿਸਤਰੀ ਕੋਲ ਹੀ ਲੈ ਕੇ ਜਾਣਾ ਪੈਂਦਾ ਫਿਰ। ਹਾਂ, ਵੀ ਜਿਵੇਂ ਹੁਣ ਪੈਂਚਰ ਪੁੰਚਰ ਹੋ ਗਿਆ ਤੇ ਉਹ ਟਾਇਰ ਟੂਰ ਚੜਾ ਲਈਦਾ ਬਸ। ਚੜਾ ਲੈਂਦੇ ਹਾਂ। ਹਾਂਜੀ ਹਾਂਜੀ।
ਸਟਿਪ ਮੈਂ ਕਹਿੰਦਾ ਆਪਾਂ ਕਹਿੰਦੇ ਸਟਿਪਣੀ ਚੇਂਜ ਕਰਨੀ ਉਹ ਕਰ ਲੈਂਦੇ ਆ। ਹਾਂਜੀ ਉਹ ਕਰ ਲੈਂਦੇ ਆ ਵੀ ਜ਼ਿਆਦਾ ਨਹੀਂ ਉਹ ਕਰ ਸਕਦੇ। ਮਤਲਬ ਫਿਰ ਵੀ ਬਹੁਤ ਵੱਡੀ ਗੱਲ ਆ ਵੀ ਉਹ ਕੰਮ ਤਾਂ ਤੁਸੀਂ ਹੁਣ ਆਪਦੇ ਹੱਥੀਂ ਕਰ ਲਿਆ। ਆਪਦੇ ਹੱਥੀਂ ਕਰ ਲੈਂਦੇ ਆ ਜੀ। ਜਿਹੜੀ ਹਾਂਜੀ ਤੁਸੀਂ ਕਹਿੰਦੇ ਮਿਸਤਰੀ ਨਾਲ ਉਹ ਕਿੰਨਾ ਚਿਰ ਕੀਤੀ ਦਿਹਾੜੀ ਤੁਸੀਂ? ਮੈਂ ਘੱਟੋ ਘੱਟ 10-11 ਸਾਲ ਹੀ ਮਿਸਤਰੀ ਨਾਲ ਕੀਤੇ, 10-11 ਸਾਲ ਹੀ ਲਗਾਤਾਰ ਮੈਂ ਢਾਬਾ ਕੀਤਾ। ਤੇ ਇੱਕ ਮੈਂ ਜੂਸ ਵਾਲੀ ਮਸ਼ੀਨ ਲੈ ਲਈ ਸੀ, ਮੇਰੀ ਉਂਗਲ ਕੱਟੀ ਗਈ ਉਦੋਂ। ਅੱਛਾ, ਉਹਦੇ ਵਿੱਚ ਹਾਂ ਗੰਨੇ ਦੀ ਜੂਸ ਵਾਲੀ। ਠੀਕ 14,000 ਦੀ ਲੈ ਕੇ ਫਿਰ 9,000 ਚ ਹੀ ਵੇਚਤੀ ਸੀ। ਠੀਕ ਹੈ, ਉਹਦੇ ਵਿੱਚ ਉਂਗਲ ਆ ਗਈ। ਹਾਂਜੀ ਠੀਕ ਹੈ ਜੀ, ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ। ਇਹ ਭੈਣ ਜੀ ਦੇ ਤੁਸੀਂ ਗੱਲਬਾਤ ਸੁਣੀ ਆ। ਵੇਖੋ ਜਦੋਂ ਹਿੰਮਤ ਇਹਨਾਂ ਦੀ ਜਿਹੜੀ ਆ ਸਲਾਮ ਕਰਨੀ ਬਣਦੀ ਹੈ, ਜਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ। ਇੱਕ ਔਰਤ ਹੋ ਕੇ ਮਰਦਾਂ ਵਾਲਾ ਲਿਬਾਸ ਪਹਿਨ ਕੇ ਮਰਦਾਂ ਦੇ ਵਿੱਚ ਵਿਚਰ ਰਹੀ ਆ। ਉਹਨਾਂ ਕਿਹਾ ਕਿ ਸਮੱਸਿਆਵਾਂ ਬੜੀਆਂ ਆਉਂਦੀਆਂ ਜਦੋਂ ਇਹ ਸਮਾਜ 'ਚ ਵਿਚਰਨਾ ਪੈਂਦਾ, ਪਰ ਕੋਈ ਇਹ ਨਹੀਂ ਗੱਲ ਕਿ ਫਿਰ ਮੈਂ ਇਸ ਚੀਜ਼ ਤੋਂ ਪਾਸੇ ਹਟ ਜਾਂ। ਜਦ ਕੋਈ ਉਹ ਕਹਿੰਦੇ ਮੈਨੂੰ ਕਹਿੰਦਾ ਕਿ ਤੂੰ ਜਲੂਸ ਕੱਢਿਆ, ਤਾਂ ਉੱਥੇ ਮੇਰਾ ਜਵਾਬ ਹੁੰਦਾ ਕਿ ਫਿਰ ਭਾਈ ਮੈਂ ਤਾਂ ਇਹ ਕੰਮ ਕਰੂੰਗੀ, ਤੁਹਾਨੂੰ ਜਲੂਸ ਲੱਗਦਾ ਲੱਗੀ ਜਾਵੇ, ਮੈਂ ਆਪਣਾ ਪਰਿਵਾਰ ਚਲਾਉਣਾ ਹੈ। ਬੜੇ ਲੋਕ ਸਾਡੇ ਸ਼ਰਮਾਂ ਦੇ ਵਿੱਚ ਹੀ ਰਹਿ ਜਾਂਦੇ ਆ, ਬੜੇ ਲੋਕ ਸਾਡੇ ਇਸੇ 'ਚ ਹੀ ਰਹਿ ਜਾਂਦੇ ਆ ਕਿ ਸਭ ਤੋਂ ਬੜਾ ਰੋਗ ਕਿਆ ਕहेंगे ਲੋਕ, ਵੀ ਸਭ ਤੋਂ ਵੱਡਾ ਰੋਗ ਸਾਡਾ ਇਹੀ ਹੁੰਦਾ ਕਿ ਲੋਕ ਕੀ ਕਹਿਣਗੇ। ਇਸੇ ਚੱਕਰ 'ਚ ਉਹ ਸਾਰੀ ਜ਼ਿੰਦਗੀ ਆਪਣੀ ਖਰਾਬ ਕਰ ਲੈਂਦੇ ਆ। ਪਰ ਇਹ ਭੈਣ ਨੇ ਸਭ ਬੰਧਨ ਤੋੜੇ, ਸਮਾਜ ਦੇ ਬੰਧਨ ਤੋੜੇ। ਜਿਹੜੀ ਇੱਕ ਹੋਰ ਵੱਡੀ ਗੱਲ ਹੈ ਕਿ ਇਹਨਾਂ ਨੇ ਜਦੋਂ ਬਾਹਰੋਂ ਮਦਦ ਆਈ ਕਿਸੇ ਭੈਣ ਵੱਲੋਂ, ਉਹਨਾਂ ਤੋਂ ਆਟੋ ਲਿਆ, ਨਾ ਕਿ ਕੋਈ ਨਗਦ ਪੈਸਾ ਲੈ ਕੇ ਉਹ ਖਾ ਕੇ ਪਾਸੇ ਕੀਤਾ। ਆਟੋ ਲੈਣ ਦਾ ਮਕਸਦ ਇਹੀ ਹੈ ਕਿ ਇਹਨਾਂ ਨੇ ਇਹ ਕਿਹਾ ਮੈਂ ਕਮਾਈ ਕਰਕੇ ਖਾਣੀ ਹੈ, ਮੈਂ ਵਿਹਲੀ ਰਹਿ ਕੇ ਨਹੀਂ ਖਾਣਾ। ਤਾਂ ਇਹ ਵੀ ਇੱਕ ਵੱਡੀ ਜਿਹੜੀ ਪ੍ਰੇਰਨਾਦਾਇਕ ਹੈ ਸਾਡੇ ਸਮਾਜ ਲਈ ਕਿ ਅਸੀਂ ਬਹੁਤੇ ਲੋਕ ਆਸ 'ਤੇ ਬੈਠੇ ਨੇ ਕਿ ਕੋਈ ਆ ਕੇ ਸਾਡੀ ਮਦਦ ਕਰੂਗਾ ਤਾਂ ਅਸੀਂ ਜਿਹੜਾ ਜੀਵਨ ਸੁਖਾਲਾ ਕਰਾਂਗੇ। ਪਰ ਕਹਿੰਦੇ ਆ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਖੁਦ ਆਪਣੀ ਮਦਦ ਕਰਦੇ ਆ, ਜਿਹੜੇ ਖੁਦ ਅੱਗੇ ਕਦਮ ਵਧਾਉਂਦੇ ਆ। ਤਾਂ ਭੈਣ ਦੀ ਜਿਹੜੀ ਕਹਾਣੀ ਹੈ ਬੜੀ, ਜੇਕਰ ਅਸੀਂ ਕਹੀਏ ਕਿ ਦੁੱਖ ਵੀ ਹੈ ਇਹਦੇ ਵਿੱਚ ਆਉਂਦਾ ਸੁਣ ਕੇ ਕਿ ਬੜੀਆਂ ਸਮੱਸਿਆਵਾਂ ਆਈਆਂ ਭੈਣ ਤੇ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਕਿ ਭੈਣ ਹਰ ਇੱਕ ਖੁਸ਼ੀ ਜਿਹੜੀ ਦੁੱਖ ਆਇਆ ਉਹਨੂੰ ਹੱਸ ਕੇ ਇਹਨੇ ਖਿੜੇ ਮੱਥੇ ਸਵੀਕਾਰ ਕੀਤਾ। ਤੇ ਅੱਜ ਵੀ ਜਿਹੜੀ ਹੈ ਜ਼ਿੰਦਗੀ ਦੀ ਜੰਗ ਲਗਾਤਾਰ ਲੜ ਰਹੀ ਹੈ। ਘਰ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਆ, ਇੱਕ ਕਮਰਾ ਹੀ ਹੈ ਇਹਨਾਂ ਕੋਲ, ਘਰ ਦੇ ਹਾਲਾਤ ਕੋਈ ਵਧੀਆ ਨਹੀਂ। ਪਰ ਉਹਨਾਂ ਦਾ ਇਹ ਵੀ ਇੱਥੇ ਵੀ ਫਿਰ ਉਹਨਾਂ ਦਾ ਇਹੀ ਕਹਿਣਾ ਕਿ ਜੇਕਰ ਕੋਈ ਮਦਦ ਕਰਨੀ ਚਾਹੁੰਦਾ ਹੈ, ਮੇਰੀ ਮਾਤਾ ਜੀ ਵੀ ਕੰਮ ਕਰਨ ਨੂੰ ਤਿਆਰ ਹੈ, ਉਹ ਵੀ ਉਹਨਾਂ ਦੀ ਉਮਰ ਹੈ, ਉਹ ਕਿਉਂਕਿ ਟਿਕ ਕੇ ਨਹੀਂ ਕਹਿੰਦੇ ਬਹਿ ਸਕਦੇ, ਕਿਉਂਕਿ ਜਿਨ੍ਹਾਂ ਨੇ ਕੰਮ ਕੀਤਾ ਹੁੰਦਾ ਉਹਨਾਂ ਤੋਂ ਬੈਠਿਆ ਨਹੀਂ ਜਾਂਦਾ। ਤਾਂ ਉਹਨਾਂ ਨੂੰ ਕੋਈ ਕੰਮ ਕਰਵਾ ਦਿੱਤਾ ਜਾਵੇ। ਕੱਲ੍ਹ ਇਹ ਕੰਮ ਕਰਵਾਉਣ ਦੀ ਕਰਦੇ ਆ, ਕੰਮ ਕਰਨ ਦੀ ਕਰਦੇ ਆ। ਤਾਂ ਸਿਆਣੇ ਕਹਿੰਦੇ ਆ ਕਿ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ। ਉਸੇ ਤਰੀਕੇ ਦੇ ਨਾਲ ਜਿਵੇਂ ਇਹ ਉਦਮ ਕਰ ਰਹੇ ਆ, ਤਾਂ ਪ੍ਰਮਾਤਮਾ ਇਹਨਾਂ ਨੂੰ ਜੋ ਵੀ ਜਿਹੜੇ ਸਾਡੇ ਵੀਰ ਸਾਰੇ ਕਹਾਣੀ ਸੁਣ ਰਹੇ ਆ ਉਹ ਜ਼ਰੂਰ ਇਹਨਾਂ ਤੱਕ ਪਹੁੰਚਣਗੇ ਤੇ ਇਹਨਾਂ ਦੀ ਜੋ ਆ ਮਦਦ ਕਰਨਗੇ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਆਵਾਜ਼ ਟੀਵੀ, ਬਠਿੰਡਾ।